सत श्री अकाल नमस्कार आदाब लैके हाजिर हाँ अज की इस वीडियो में जो कि साडा 10th क्लास का चैप्टर फस्ट चल रहा है रिसोर्सिस एंड डिवेलपमेंट। इस दे विच साडा अज का टॉपिक रहेगा दैट इज़ लैंड डिग्रेडेशन एंड कंजरवेशन मेजर्स। सो इस दे विच है साडे कोल दैट इज़ वी शेयर्ड जे असीं गल करिए लैंड की वी हैव शेयर्ड आर लैंड विद द पास्ट जनरेशनस एंड विल हैव टू डू सो विद द फ्यूचर जनरेशनस। जे असीं अपने पुरखियां तो जमीन जिहड़ी हैगी है जायदाद जिहड़ी हैगी अपने लई हैगी आ तां ओह सानूं अपणियां आउण वालीआं जिहड़ियां जनरेशनस ने फ्यूचर जनरेशनस ने उन्हां दे नाल शेयर जरूर करनी पएगी। 95% ऑफ आवर बेसिक नीड्स और फूड्स शेल्टर एंड क्लोथिंग दोज ऑल आर obtained from लैंड। ये ਜਿਹੜੀਆਂ ਸਾਰੀਆਂ ਸਾਡੀਆਂ ਲੋੜ ਨੇ ਉਹ लैंड तो पूरियां ਹੁੰਦੀਆਂ ਹੈਗੀਆਂ ਨੇ। ह्यूमन एक्टिविटीज़ हैव नॉट ओनली about degradation of land but have also aggravated the pace of natural forces to cause damage to land। ਸਾਡੀਆਂ ਇਹਨਾਂ ਕੰਮਾਂ ਨੇ ਕੀ ਹੋਇਆ ਕਿ लैंड ਜਿਹੜੀ ਹੈਗੀ ਆ ਉਸ ਨੂੰ ਬਹੁਤ ਸਾਰਾ ਡੈਮੇਜ ਕੀਤਾ ਹੈਗਾ। ਜਿਵੇਂ ਕਿ ਸਾਡਾ ਅੱਜ ਦਾ ਟੌਪਿਕ ਹੈਗਾ ਤੁਸੀਂ ਦੇਖ ਚੁੱਕੇ ਹੋ ਕਿ लैंड ਡੀਗ੍ਰੇਡੇਸ਼ਨ ਐਂਡ ਕੰਜ਼ਰਵੇਸ਼ਨ ਮੇਜਰਸ। ਧਰਤੀ ਦੀ ਜਿਹੜੀ ਹੈਗੀ ਆ ਖਰਾਬੀ ਹੋ ਰਹੀ ਹੈ ਔਰ ਉਸ ਦੀ ਸਾਂਭ ਸੰਭਾਲ ਦੇ ਜਿਹੜੇ ਹੈਗੇ ਕੀ ਤਰੀਕੇ ਹੈਗੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਅਸੀਂ ਇਸ ਦੇ ਵਿੱਚ ਗੱਲ ਕਰ ਰਹੇ ਹੈਗੇ ਆ। ਪ੍ਰੈਜ਼ੈਂਟ ਜੇ ਪ੍ਰੈਜ਼ੈਂਟ ਦੀ ਗੱਲ ਕਰੀਏ देयर आर अबाउट 130 मिलियन ਹੈਕਟੇਅਰਸ ऑफ डिग्रेडेड लैंड इन इंडिया। सो इंडिया ਦੇ ਵਿੱਚ ਜਿਹੜੇ ਹੈਗੇ ਆ 130 ਮਿਲੀਅਨ ਹੈਕਟੇਅਰਸ ਜਿਹੜੇ ਹੈਗੇ ਨੇ ਉਹ ਡੀਗ੍ਰੇਡਡ ਲੈਂਡ ਦੇ ਹੈਗੇ ਨੇ ਇੰਡੀਆ ਦੇ ਵਿੱਚ। ਸੋ ਅਪਰੋਕਸੀਮੇਟਲੀ 28% ऑफ इट बिलोंग्स टू दी कैटेगरी ऑफ फॉरेस्ट डिग्रेडेड एरिया। ਜਿਹੜਾ फॉरेस्ट डिग्रेडेड एरिया हैगा 28% उसनूं बिलोंग करता है। फर्दर 58% ऑफ इट्स water eroded area and the rest is affected by saline and alkaline deposits। सो इस ਜਿਹੜੇ ਹੈਗੇ ਆ ਸਲਾਈਨ ਅਲਕਾਲਾਈਨ ਡੈਪੋਜ਼ਿਟਸ ਹੈਗੇ ਨੇ ਜਿਹੜੇ 56% ਏਰੀਆ ਕਵਰ ਕਰਦੇ ਨੇ। ਸਮ ਹਿਊਮਨ ਐਕਟੀਵਿਟੀਜ਼ ਸਚ ਐਜ਼ ਡੀਫੋਰੈਸਟੇਸ਼ਨ ਓਵਰਗ੍ਰੇਜ਼ਿੰਗ ਮਾਈਨਿੰਗ ਐਂਡ ਕੁਆਰੀਇੰਗ ਟੂ ਹੈਵ ਕੰਟਰੀਬਿਊਟਡ ਸਿਗਨੀਫਿਕੈਂਟਲੀ ਇਨ ਲੈਂਡ ਡੀਗ੍ਰੇਡੇਸ਼ਨ। ਸੋ ਇਹ ਵੀ ਜਿਹੜੀਆਂ ਸਾਡੀਆਂ ਐਕਟੀਵਿਟੀਜ਼ ਹੈਗੀਆਂ ਨੇ ਕੰਮ ਹੈਗੇ ਨੇ ਇਹਨਾਂ ਨੇ ਵੀ ਜਿਹੜਾ ਹੈਗਾ ਹੈ ਲੈਂਡ ਡੀਗ੍ਰੇਡੇਸ਼ਨ ਦੇ ਵਿੱਚ ਹਿੱਸਾ ਪਾਇਆ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਜੇ ਅਸੀਂ ਗੱਲ ਕਰੀਏ ਅੱਗੇ ਫਰਦਰ ਮਾਈਨਿੰਗ ਸਾਈਟਸ ਦੀ mining sites are abandoned after excavation work is completed leaving deep scars and terraces of overburdening। ਸੋ ਇਹ ਜਿਹੜੇ ਮਾਈਨਿੰਗ ਤੋਂ ਬਾਅਦ ਜਿਹੜਾ ਹੈਗਾ ਬਾਕੀ ਬਚ ਜਾਂਦਾ ਹੈ ਪਿੱਛੇ ਡੀਪ ਸਕਾਰਸ ਜਿਹੜੇ ਬਚ ਜਾਂਦੇ ਨੇ ਟੈਰੇਸਸ ਜਿਹੜੇ ਹੈਗੇ ਨੇ ਪਿੱਛੇ ਬਚ ਜਾਂਦੇ ਨੇ। ਇਹਨਾਂ ਦੇ ਨਾਲ ਓਵਰਬਰਡਨਿੰਗ ਜਿਹੜੀ ਹੈਗੀ ਹੈ ਪਿੱਛੇ ਮਿੱਟੀ ਜਿਹੜੀ ਹੈਗੀ ਆ ਉਹ ਨੈਚੁਰਲ ਜਿਹੜੀ ਉਸ ਦੀ ਪਲੇਸ ਹੈਗੀ ਉਸ ਤੋਂ ਡਿਸਪਲੇਸ ਹੋ ਜਾਂਦੀ ਆ। ਉਸ ਕਰਕੇ ਜਿਹੜਾ ਹੈਗਾ ਪ੍ਰੋਬਲਮ ਆਉਂਦੀ ਹੈਗੀ ਇਸ ਦੇ ਵਿੱਚ। ਇਨ ਸਟੇਟਸ ਲਾਈਕ ਝਾਰਖੰਡ ਛੱਤੀਸਗੜ੍ਹ ਮੱਧ ਪ੍ਰਦੇਸ਼ ਐਂਡ ਓਡੀਸ਼ਾ डिफोरेस्टेशन ड्यू टू माइनिंग हैव कॉज्ड ਸਵੀਅਰ ਲੈਂਡ ਡੀਗ੍ਰੇਡੇਸ਼ਨ। ਸੋ ਇਹਨਾਂ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਮਾਈਨਿੰਗ ਦੇ ਕਾਰਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਲੈਂਡ ਡੀਗ੍ਰੇਡੇਸ਼ਨ ਹੋਈ ਹੋਈ ਆ। ਇਸ ਕਰਕੇ ਇਹਨਾਂ ਸਟੇਟਸ ਦੇ ਵਿੱਚ ਕਾਫੀ ਜਿਹੜੀਆਂ ਹੈਗੀਆਂ ਇਕੋਲੋਜੀਕਲ ਪ੍ਰੋਬਲਮਸ ਆ ਰਹੀਆਂ ਨੇ। ਇਨ ਸਟੇਟਸ ਲਾਈਕ ਗੁਜਰਾਤ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰਾ ਓਵਰਗ੍ਰੇਜ਼ਿੰਗ ਇਜ਼ ਵਨ ਆਫ ਦੀ ਮੇਨ ਰੀਜ਼ਨਸ ਫॉर ਲੈਂਡ ਡੀਗ੍ਰੇਡੇਸ਼ਨ। ਸੋ ਇੱਥੇ ਜਿਹੜੇ ਹੈਗੇ ਜੇ ਤੁਹਾਡੇ ਤੋਂ ਕੋਲ ਕੁਐਸਚਨ ਪੁੱਛਿਆ ਜਾਂਦਾ ਕਿ ਵਾਟ ਆਰ ਦਾ ਰੀਜ਼ਨਸ ਫॉर ਲੈਂਡ ਡੀਗ੍ਰੇਡੇਸ਼ਨ ਤਾਂ ਇਹਨਾਂ ਦੇ ਵਿੱਚ ਤੁਸੀਂ ਲਿਖ ਸਕਦੇ ਹੈਗੇ ਹੋ ਕਿ ਇਹਨਾਂ ਸਟੇਟਸ ਦੇ ਵਿੱਚ ਜਿਹੜੇ ਹੈਗੇ ਆ ਮਾਈਨਿੰਗ ਹੈ ਔਰ ਉਸ ਤੋਂ ਬਾਅਦ ਓਵਰਗ੍ਰੇਜ਼ਿੰਗ ਹੈ ਦੈਟ ਇਜ਼ ਦੀ ਵਨ ਰੀਜ਼ਨ ਫॉर ਲੈਂਡ ਡੀਗ੍ਰੇਡੇਸ਼ਨ। आफ्टर दैट इन द स्टेट्स ऑफ पंजाब हरियाणा वेस्टर्न उत्तर प्रदेश ओवर इरीगेशन इज़ रिस्पॉन्सिबल फॉर लैंड डिग्रेडेशन ड्यू टू वाटर लॉगिंग। जो वाटर लॉगिंग है उस दे नाल की हैगा जिन्हों असीं सेम कहने हैगे आ कि ज़्यादा पानी लगन दे नाल जिहड़ी हैगी धरती उसनूं सेम हो जाती हैगी। सेम वाले एरियाज़ जां सेम प्रभावित एरिया तुसीं सुणिया होएगा कदे ना कदे उन्हां एरियाज़ नूं कहा जाता हैगा। सो इस दे नाल जिहड़ी हैगी इस दे विच सैलिनिटी जिहड़ी हैगी आ ओह वध जांदी हैगी आ। जिस सैलिनिटी अल्कैनिटी ਜਿਹੜੀ ਹੈਗੀ ਵੱਧ ਜਾਂਦੀ ਹੈਗੀ ਆ ਸੋਇਲ ਦੇ ਵਿੱਚ। ਦ ਮਿਨਰਲ ਪ੍ਰੋਸੈਸਿੰਗ ਲਾਈਕ ਗ੍ਰਾਈਂਡਿੰਗ ਆਫ ਲਾਈਮਸਟੋਨ ਫॉर सीमेंट इंडस्ट्री एंड कैल्साइट सोपस्टोन फॉर ceramic industry generate huge quantity of dust in the atmosphere। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਕਰਕੇ ਕੀ ਹੁੰਦਾ ਹੈ ਕਿ ਜਿਹੜੀ ਐਟਮੋਸਫੀਅਰ ਹੈਗਾ ਉਸ ਦੇ ਵਿੱਚ ਕਾਫੀ ਡਸਟ ਜਿਹੜੀ ਹੈਗੀ ਆ ਉਹ ਪੈਦਾ ਹੁੰਦੀ ਹੈਗੀ ਹੈ। ਜਿਵੇਂ ਕੈਲਸਾਈਟ ਹੈ सोपस्टोन है सैरामिक इंडस्ट्रीज़ ने इन्हां दे विच जो प्रोडक्शन हुंदी है तां डस्ट काफ़ी जिहड़ी हैगी है एटमोसफीयर दे विच फैल जांदी हैगी है। तो इहदे नाल की हुंदा है इट रिटार्ड्स द प्रोसैस ऑफ
infiltration of water into the soil after it settles down on the land। ਜਦੋਂ ਇਹ ਧਰਤੀ ਦੇ ਉੱਪਰ ਇਹ ਪੀਕ ਜਿਹੜੀ ਹੈਗੀ ਜਿਸ ਨੂੰ ਬੋਲਿਆ ਜਾਂਦਾ ਹੈਗਾ ਬਰੀਕ ਮਿੱਟੀ ਜਿਹੜੀ ਜੰਮ ਜਾਂਦੀ ਹੈਗੀ ਆ ਤਾਂ ਉਹਦੇ ਨਾਲ ਕੀ ਹੈਗੀ ਆ ਕਿ ਜਿਹੜਾ ਪਾਣੀ ਹੈਗਾ ਉਹ ਧਰਤੀ ਦੇ ਵਿੱਚ ਨਹੀਂ ਜਾ ਪਾਉਂਦਾ, ਇਨਫਿਲਟ੍ਰੇਸ਼ਨ ਜਿਹੜੀ ਹੈਗੀ ਉਸ ਦੀ ਉਹ ਨਹੀਂ ਹੋ ਪਾਉਂਦੀ। In recent years, industrial effluents as waste have become a major source of land and water pollution in many parts of the country। ਸੋ ਇਹਦੇ ਨਾਲ ਜਿਹੜੇ ਹੈਗੇ ਆ ਐਫਲੂਐਂਟਸ ਹੈਗੇ ਨੇ, ਇੰਡਸਟਰੀਅਲ ਐਫਲੂਐਂਟਸ, ਉਹਦੇ ਨਾਲ ਜਿਹੜਾ ਹੈਗਾ ਵਾਟਰ ਪੋਲਿਊਸ਼ਨ ਜਿਹੜਾ ਹੈਗਾ ਕੰਟਰੀ ਦੇ ਬਹੁਤ ਸਾਰੇ ਪਾਰਟਸ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਬਣ ਚੁੱਕੀ ਹੈਗੀ ਆ। ਉਸ ਤੋਂ ਬਾਅਦ ਜਿਹੜਾ ਹੈਗਾ ਦੇਅਰ ਆਰ ਮੈਨੀ ਵੇਜ਼। ਤੋ ਇਸ ਤੋਂ ਪਹਿਲਾਂ ਜਿਹੜਾ ਸੀਗਾ ਲੈਂਡ ਡੀਗ੍ਰੇਡੇਸ਼ਨ ਦੇ ਰੀਜ਼ਨਸ ਜਿਹੜੇ ਸੀਗੇ ਉਹ ਡਿਸਕਸ ਕਰ ਰਹੇ ਸੀਗੇ। ਫਰਦਰ ਹੁਣ ਇਸ ਪੈਰਾਗ੍ਰਾਫ ਦੇ ਵਿੱਚ ਅਸੀਂ ਜਿਹੜੀਆਂ ਇਹਨਾਂ ਪ੍ਰੋਬਲਮਸ ਦੀਆਂ ਜਿਹੜੇ ਹੈਗੇ ਆ ਸੁਜੈਸ਼ਨਸ ਕੰਜ਼ਰਵਿੰਗ ਮੈਜਰਸ ਜਿਹੜੇ ਸੀਗੇ ਉਸ ਦੇ ਵਿੱਚ ਅਸੀਂ ਪੜ੍ਹੇ ਸੀਗੇ, ਉਹਨਾਂ ਨੂੰ ਹੁਣ ਅਸੀਂ ਤੇ ਡਿਸਕਸ ਕਰਾਂਗੇ। ਸੋ ਉਹਦਾ ਕੁਐਸਚਨ ਬਣਦਾ ਹੈਗਾ ਕੰਜ਼ਰਵੇਸ਼ਨ ਮੈਜਰਸ ਜਿਹੜੇ ਹੈਗੇ ਆ ਕੁਛ ਇਸ ਤਰ੍ਹਾਂ ਦੇ ਸੁਜੈਸ਼ਨਸ ਹੈਗੀਆਂ ਜਿਹੜੀਆਂ ਤੁਸੀਂ ਲਿਖ ਸਕਦੇ ਹੋ ਇੱਥੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਵੀ ਇਹਨਾਂ ਪ੍ਰੋਬਲਮਸ ਨੂੰ ਦੂਰ ਕਰਨ ਵਾਸਤੇ ਕਿਹੜੀਆਂ ਹੈਗੀਆਂ ਨੇ। ਫਸਟ ਆਫ ਦੈਮ ਦੈਟ ਇਜ਼ ਐਫੋਰੈਸਟੇਸ਼ਨ। ਐਫੋਰੈਸਟੇਸ਼ਨ ਇਜ਼ ਆਪੋਜ਼ਿਟ ਟੂ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਦੇ ਵਿੱਚ ਅਸੀਂ ਦਰਖਤ ਜਿਹੜੇ ਹੈਗੇ ਕੱਟਦੇ ਹਾਂ, ਬਟ ਐਫੋਰੈਸਟੇਸ਼ਨ ਦੇ ਵਿੱਚ ਅਸੀਂ ਦਰਖਤ ਜਿਹੜੇ ਹੈਗੇ ਲਗਾਉਂਦੇ ਹਾਂ। ਪ੍ਰੋਪਰ ਮੈਨੇਜਮੈਂਟ ਆਫ ਗ੍ਰੇਜ਼ਿੰਗ ਕੈਨ ਹੈਲਪ ਟੂ ਸਮ ਐਕਸਟੈਂਟ। ਸੋ ਜਿਹੜੀ ਮੈਨੇਜਮੈਂਟ ਜਿਹੜੀ ਹੈਗੀ ਆ ਇਹਨਾਂ ਦੀ ਉਹ ਵੀ ਹੋਣੀ ਚਾਹੀਦੀ ਹੈ ਕਿ ਓਵਰ ਗ੍ਰੇਜ਼ਿੰਗ ਜਿਹੜੀ ਹੈਗੀ ਆ ਉਹ ਨਾ ਹੋ ਪਾਏ। ਪਲਾਂਟਿੰਗ ਆਫ ਸ਼ੈਲਟਰ ਬੈਲਟਸ ਆਫ ਪਲਾਂਟਸ, ਜਿਹੜੇ ਪਲਾਂਟਸ ਹੈਗੇ ਉਹਨਾਂ ਦੇ ਨਾਲ ਜਿਹੜਾ ਹੈਗਾ ਸ਼ੈਲਟਰ ਬੈਲਟਸ ਲੱਗਣ। ਕੰਟਰੋਲ ਔਨ ਓਵਰ ਗ੍ਰੇਜ਼ਿੰਗ, stabilization of sand dunes by growing thorny bushes are some of the methods to check land degradation। ਸੋ ਇਹ ਜਿਹੜੇ ਹੈਗੇ ਕੁਝ ਸੁਜੈਸ਼ਨਸ ਹੈਗੇ ਨੇ ਜਿਨ੍ਹਾਂ ਕਰਕੇ ਤੁਸੀਂ ਲੈਂਡ ਡੀਗ੍ਰੇਡੇਸ਼ਨ ਨੂੰ ਰੋਕ ਸਕਦੇ ਹੈਗੇ ਹੋ। ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰੋਗੇ ਪ੍ਰੋਪਰ ਮੈਨੇਜਮੈਂਟ ਆਫ ਵੇਸਟਲੈਂਡਸ, ਕੰਟਰੋਲ ਆਫ ਮਾਈਨਿੰਗ ਐਕਟੀਵਿਟੀਜ਼, proper discharge and disposal of industrial effluents and wastes after treatment can reduce land and water degradation। ਸੋ ਇਹ ਫਰਦਰ ਜਿਹੜੇ ਹੈਗੇ ਹੋਰ ਮੈਜਰਸ ਨੇ ਕੁਝ ਜਿਨ੍ਹਾਂ ਕਰਕੇ ਜਿਹੜਾ ਹੈਗਾ ਤੁਸੀਂ ਲੈਂਡ ਡੀਗ੍ਰੇਡੇਸ਼ਨ ਨੂੰ ਰੋਕ ਸਕਦੇ ਹੈਗੇ ਆ, ਜਿਨ੍ਹਾਂ ਵਿੱਚ ਤੁਸੀਂ ਜਿਹੜੀ ਪ੍ਰੋਪਰ ਮੈਨੇਜਮੈਂਟ ਹੈਗੀ ਵੇਸਟਲੈਂਡ ਦੀ ਹੋ ਸਕਦੀ ਹੈ, ਕੰਟਰੋਲ ਆਫ ਮਾਈਨਿੰਗ ਹੋ ਸਕਦਾ ਹੈ, ਪ੍ਰੋਪਰ ਡਿਸਚਾਰਜ ਐਂਡ ਡਿਸਪੋਜ਼ਲ ਆਫ ਇੰਡਸਟਰੀਅਲ ਐਫਲੂਐਂਟਸ ਹੋ ਸਕਦਾ ਹੈਗਾ, ਵੇਸਟ ਆਫਟਰ ਟਰੀਟਮੈਂਟ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਵਾਟਰ ਡੀਗ੍ਰੇਡੇਸ਼ਨ ਨੂੰ ਤੁਸੀਂ ਰੋਕ ਸਕਦੇ ਹੈਗੇ ਹੋ। ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਅਗਲਾ ਟੌਪਿਕ ਦੈਟ ਇਜ਼ ਸੋਇਲ ਐਜ਼ ਅ ਰਿਸੋਰਸ। ਜਿਹੜਾ ਸੋਇਲ ਹੈਗਾ ਉਸ ਨੂੰ ਐਜ਼ ਅ ਰਿਸੋਰਸ ਕਿਵੇਂ ਤੁਸੀਂ ਯੂਜ਼ ਕਰਦੇ ਹੈਗੇ ਹੋ। ਸੋ ਇਸ ਤੋਂ ਪਹਿਲਾਂ ਅਸੀਂ ਪੜ੍ਹ ਰਹੇ ਸੀਗੇ ਲੈਂਡ ਬਾਰੇ। ਲੈਂਡ ਐਂਡ ਸੋਇਲ ਜਿਹੜਾ ਹੈਗਾ ਦੋਨੋਂ ਡਿਫਰੈਂਟ ਹੈਗੇ ਨੇ। ਜੋ ਲੈਂਡ ਹੈ ਉਹ ਅਲੱਗ ਚੀਜ਼ ਹੈ, ਸੋਇਲ ਅਲੱਗ ਚੀਜ਼ ਹੈ। ਸੋਇਲ ਇਜ਼ ਅ ਪਾਰਟ ਆਫ ਲੈਂਡ। ਲੈਂਡ ਇਜ਼ 29% ਔਨ ਦੀ ਹੋਲ ਅਰਥ, ਬਟ ਸੋਇਲ ਇਜ਼ ਨॉट ਪ੍ਰੈजेंट एवरीवेयर, राइट। ਸੋਇਲ ਜੋ ਹੈ ਦੈਟ ਇਜ਼ ਆਫ ਡਿਫਰੈਂਟ ਟਾਈਪਸ ਐਂਡ ਜਿਹੜੀ ਲੈਂਡ ਹੈਗੀ ਆ ਉਹ 29% ਪੂਰੀ ਅਰਥ ਦੇ ਉੱਪਰ ਪ੍ਰੈਜੈਂਟ ਹੈਗੀ ਆ। ਸੋਇਲ ਇਜ਼ ਦੀ ਮੋਸਟ ਇੰਪੋਰਟੈਂਟ ਰੀਨਿਊਏਬਲ ਨੈਚੁਰਲ ਰਿਸੋਰਸਿਸ। ਇਟ ਇਜ਼ ਦੀ ਮੀਡੀਅਮ ਆਫ ਪਲਾਂਟ ਗਰੋਥ ਐਂਡ ਸਪੋਰਟਸ ਡਿਫਰੈਂਟ ਟਾਈਪਸ ਆਫ ਲਿਵਿੰਗ ਆਰਗੇਨਿਜ਼ਮਸ। ਜਿਹੜੇ ਲਿਵਿੰਗ ਆਰਗੇਨਿਜ਼ਮਸ ਹੈਗੇ ਨੇ ਉਹਨਾਂ ਨੂੰ ਸਪੋਰਟ ਕਰਦੀ ਹੈਗੀ ਔਰ ਸੋਇਲ ਜਿਹੜੇ ਹੈਗੇ ਆ ਉਹਦੇ ਵਿੱਚ ਪਲਾਂਟਸ ਦੀ ਗਰੋਥ ਹੁੰਦੀ ਹੈਗੀ ਆ। ਇਹ ਜਿਹੜੀਆਂ ਹੈਗੀਆਂ ਅਲੱਗ-ਅਲੱਗ ਲੇਅਰਸ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹਨੂੰ ਵੀ ਤੁਸੀਂ ਆਪਣੇ ਪੇਪਰ ਦੇ ਵਿੱਚ ਬਣਾ ਕੇ ਜਿਹੜਾ ਹੈਗਾ ਕਾਫੀ ਅੱਛੇ ਨੰਬਰ ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਹੈਗਾ ਦ ਅਰਥ। ਜੇ ਇੱਥੇ ਅਸੀਂ ਗੱਲ ਕਰੀਏ ਦ ਸੋਇਲ ਇਜ਼ ਅ ਲਿਵਿੰਗ ਸਿਸਟਮ। ਜੋ ਸੋਇਲ ਹੈ ਉਹ ਇੱਕ ਲਿਵਿੰਗ ਸਿਸਟਮ ਹੈਗਾ ਹੈ ਜਿਹੜਾ ਕਿ ਪ੍ਰੋਪਰ ਉਸ ਦੀ ਬਣਦਾ ਹੈਗਾ ਹੈ, ਫਿਰ ਖਤਮ ਹੁੰਦਾ ਹੈਗਾ ਔਰ ਉਸ ਤੋਂ ਬਾਅਦ ਫਿਰ ਬਣਦਾ ਹੈਗਾ। ਇਟ ਟੇਕਸ ਮਿਲੀਅਨਸ ਆਫ ਈਅਰਸ। ਬਹੁਤ ਸਾਰੇ ਸਾਲ ਲੱਗਦੇ ਨੇ, ਮਿਲੀਅਨ ਈਅਰਸ ਲੱਗਦੇ ਨੇ ਇਸ ਨੂੰ ਬਣਨ ਵਾਸਤੇ। ਸੋਇਲ ਅਪ ਟੂ ਫਿਊ ਸੈਂਟੀਮੀਟਰ। ਜੇ ਫਿਊ ਸੈਂਟੀਮੀਟਰਸ ਦੇ ਵਿੱਚ ਕੁਝ ਕੁ ਸੈਂਟੀਮੀਟਰ ਦੇ ਵਿੱਚ ਵੀ ਲੈਂਡ ਬਣਨੀ ਹੋਵੇ ਜਾਂ ਕੁਛ ਡੈਪਥ ਤੱਕ ਬਣਨੀ ਹੋਵੇ ਤਾਂ ਉਹਨੂੰ ਵੀ ਬਹੁਤ ਸਾਰੇ ਲੱਖਾਂ ਸਾਲ ਲੱਗਦੇ ਨੇ। ਰਿਲੀਫ, parent rock or bedrock, climate, vegetation and other forms of life and time are important factor in the formation of land। ਜਿਹੜੀ ਹੈਗੀ ਆ ਸੋਇਲ ਦੀ ਫਾਰਮੇਸ਼ਨ ਵਾਸਤੇ ਜਿਹੜੇ ਹੈਗੇ ਆ ਬਹੁਤ ਸਾਰੇ ਇੰਪੋਰਟੈਂਟ ਫੈਕਟਰਸ ਹੈਗੇ ਨੇ ਜਿਨ੍ਹਾਂ ਦੀ ਅਸੀਂ ਜੇ ਇੱਥੇ ਗੱਲ ਕਰੀਏ ਉਹਦੇ ਵਿੱਚ ਹੈਗਾ ਸਾਡੇ ਕੋਲੇ ਰਿਲੀਫ ਹੈ, ਪੇਰੈਂਟ ਰੌਕ ਹੈਗੀਆਂ ਨੇ, ਬੈਡ ਰੌਕ ਹੈਗੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਕਲਾਈਮੇਟ ਹੈ, ਵੈਜੀਟੇਸ਼ਨ ਹੈ, ਜਿਹੜੀਆਂ ਅਦਰ ਫਾਰਮਸ ਹੈਗੀਆਂ ਨੇ ਲਾਈਫ ਦੀਆਂ। ਟਾਈਮ ਜਿਹੜਾ ਹੈਗਾ ਉਹ ਵੀ ਇੱਕ ਫੈਕਟਰ ਹੈਗਾ ਜਿਹੜਾ ਕਿ ਸੋਇਲ ਫਾਰਮੇਸ਼ਨ ਦੇ ਵਿੱਚ ਬਹੁਤ ਸਾਰਾ ਪਾਰਟ ਅਦਾ ਕਰਦੇ ਹੈਗੇ ਨੇ। ਵੇਰੀਅਸ ਫੋਰਸਿਸ ਆਫ nature such as change in temperature, action of running water, wind and glacier
एक्टिविटीज़ ऑफ डीकंपोजर्स, ये भी सारे ਜਿਹੜੇ ਹੈਗੇ ਆ ਸੋਇਲ ਫਾਰਮੇਸ਼ਨ ਦੇ ਵਿੱਚ ਪਾर्ट प्ले अपना रोल प्ले करते हैगे ने। कैमिकल ऑर्गेनिक चेंजेस विच टेक प्लेस इन दी सॉयल आर इक्वली इंपॉर्टेंट, ये भी ਜਿਹੜੀਆਂ ਹੈਗੀਆਂ ਨੇ इंपॉर्टेंट हैगियां ने। उस तो बाद ਜਿਹੜਾ ਹੈਗਾ ਸਾਡੇ ਕੋਲ सॉयल आल्सो कंसिस्ट्स ऑफ ऑर्गेनिक ह्यूमस एंड इनऑर्गेनिक मटीरीअल्स, ਜਿਹੜਾ ਹੈਗਾ ਤੁਸੀਂ फिग 1.6 ਦੇ ਵਿੱਚ देख भी सकते हो ਉੱਤੇ ਉੱਪਰ ਜਿਹੜਾ ਹੈਗਾ। उस तो बाद जे ਅਸੀਂ ਗੱਲ ਕਰੀਏ ऑन द बेसिस ऑफ द फैक्टर्स रिस्पोंसिबल फॉर सॉयल formation, color, thickness, texture, age, chemical and physical properties, the soils of India can be classified in different types। ਜਿਹੜੀਆਂ ਹੈਗੀਆਂ ਨੇ ਸੋਇਲ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਕਲਾਸੀਫਾਈ ਕਰ ਸਕਦੇ ਹਾਂ ਅਲੱਗ-ਅਲੱਗ ਬੇਸਿਸ ਦੇ ਉੱਪਰ। उस तो बाद जी हैगी है इसकी क्लासीफिकेशन जो है असी अगली वीडियो के डिस्कस करांगे, क्योंकि वीडियो ज़्यादा लंबा ना हो जाए, इस करके जोड़ा है आप इसनों शॉर्ट वीडियोज़ बनाने की कोशिश करते हो। पर अगलियां वीडियोज़ के लिए अगले अपडेट वास्ते तुसीं जरूर इस चैनल के नाल जुड़े रहो, लाइक शेयर कमेंट सबसक्राइब जरूर कर लेना, क्योंकि इस दे नाल जोड़ा है मैनूं होर भी वीडियोज़ बनाने दे विच मोटिवेशन मिलती हैगी आ। नमस्कार।